Hello, dear students. How are you all? Welcome back to the session of class 8th ਸਾਇੰਸ ਸਬਜੈਕਟ। ਡੀਅਰ ਸਟੂਡੈਂਟਸ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਪੰਜਾਬ ਸਰਕਾਰ ਦੁਆਰਾ ਮਿਸ਼ਨ 100% ਚਲਾਇਆ ਗਿਆ ਹੈ, ਜਿਸ ਦੇ ਤਹਿਤ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਸੰਬੰਧਿਤ ਜਿੰਨੇ ਵੀ ਵਿਦਿਆਰਥੀ ਹਨ ਜੋ ਕਿ 8ਵੀਂ ਕਲਾਸ ਵਿੱਚ ਪੜ੍ਹ ਰਹੇ ਹਨ, ਉਹਨਾਂ ਦਾ 100% ਨਤੀਜਾ ਆਵੇ। ਤੇ ਵਿਦਿਆਰਥੀਓ, ਉਸ ਦੇ ਤਹਿਤ ਅੱਜ ਅਸੀਂ ਸੈਂਪਲ ਪੇਪਰ ਜੋ ਹੈ ਕਰਨ ਜਾ ਰਹੇ ਹਾਂ, ਜੋ ਕਿ ਅਕੋਰਡਿੰਗ ਟੂ ਸਿਲੇਬਸ ਹੈ, ਜੋ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਤੁਹਾਨੂੰ ਸਿਲੇਬਸ ਜਿਹੜਾ ਸੀ ਜਾਰੀ ਕੀਤਾ ਗਿਆ ਸੀ, ਉਸ ਦੇ ਤਹਿਤ ਅਸੀਂ ਅੱਜ ਇੱਕ ਸੈਂਪਲ ਪੇਪਰ ਕਰਾਂਗੇ। ਇਹ ਸੋਲਵਡ ਸੈਂਪਲ ਪੇਪਰ ਹੈ, ਇਸ ਨੂੰ ਅਸੀਂ ਕਰਨ ਜਾ ਰਹੇ ਹਾਂ। ਉਸ ਤੋਂ ਪਹਿਲਾਂ ਅਸੀਂ ਵਿਦਿਆਰਥੀਓ, ਜਦੋਂ ਵੀ ਅਸੀਂ ਕੋਈ ਪੇਪਰ ਦੇਣਾ ਹੁੰਦਾ ਹੈ, ਸਾਨੂੰ ਉਸ ਪੇਪਰ ਦੇ ਨਾਲ ਸੰਬੰਧਿਤ ਕਿ ਕਿਸ ਚੈਪਟਰ ਦੇ ਵਿੱਚੋਂ ਕਿੰਨੇ ਮਾਰਕਸ ਦਾ ਪੇਪਰ ਆਉਣਾ ਹੈ, ਉਹਦੇ ਬਾਰੇ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਤੋ 8ਵੀਂ ਕਲਾਸ ਦਾ ਪੰਜਾਬ ਦਾ ਜੋ ਵਿਗਿਆਨ ਦਾ ਯਾਨੀ ਕਿ ਸਾਇੰਸ ਦਾ ਪੇਪਰ ਹੈ, ਉਸ ਦੇ ਵਿੱਚ ਕੁੱਲ ਨੰਬਰ ਜਿਹੜੇ ਨੇ ਉਹ 70 ਹਨ, ਸਾਰੇ ਵਿਦਿਆਰਥੀਆਂ ਨੂੰ ਪਤਾ ਹੋਵੇ। ਤੇ ਬੱਚੋ, ਇਹ ਮਾਰਕਸ ਡਿਸਟ੍ਰੀਬਿਊਸ਼ਨ ਬਾਰੇ ਸਾਰੇ ਵਿਦਿਆਰਥੀਆਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਕਿਸ ਚੈਪਟਰ ਦੇ ਵਿੱਚੋਂ ਕਿੰਨੇ ਨੰਬਰ ਦਾ ਪੇਪਰ ਜਿਹੜਾ ਹੈ ਉਹ ਤੁਹਾਨੂੰ ਆਉਣਾ ਹੈ। ਕੁੱਲ ਚੈਪਟਰ ਤੁਹਾਡੇ 18 ਹਨ, ਸਾਰੇ ਵਿਦਿਆਰਥੀਆਂ ਨੂੰ ਪਤਾ ਹੋਏਗਾ। ਤੇ ਵਿਦਿਆਰਥੀਓ, 1 ਤੋਂ ਲੈ ਕੇ 18 ਤੱਕ ਸਾਰਿਆਂ ਦੀ ਮਾਰਕਸ ਡਿਸਟ੍ਰੀਬਿਊਸ਼ਨ ਇੱਥੇ ਗਿਵਨ ਹੈ। ਜਿਵੇਂ ਕਿ 1 ਮਾਰਕਸ ਦੇ ਕੁਐਸਚਨ ਉਹ ਹਰ ਚੈਪਟਰ ਦੇ ਵਿੱਚੋਂ ਕਿੰਨੇ ਆਣੇ ਹਨ, ਇਹਨਾਂ ਬਾਰੇ ਤੁਹਾਨੂੰ ਪਤਾ ਹੋਵੇ। 2 ਮਾਰਕਸ ਦੇ ਕੁਐਸਚਨ ਜਿਹੜੇ ਆ ਉਹ ਕਿੰਨੇ ਆਣੇ ਹਨ, ਕਿਸ ਚੈਪਟਰ ਦੇ ਵਿੱਚੋਂ, ਉਹਦੇ ਬਾਰੇ ਤੁਹਾਨੂੰ ਪਤਾ ਹੋਵੇ। 3 ਮਾਰਕਸ ਦੇ ਕੁਐਸਚਨ ਜਿਹੜੇ ਨੇ ਉਹ ਕਿੰਨੇ ਆਣੇ ਹਨ, ਉਹ ਵੀ ਤੁਹਾਨੂੰ ਪਤਾ ਹੋਵੇ, ਔਰ ਕਿਹੜੇ ਚੈਪਟਰ ਦੇ ਵਿੱਚੋਂ ਆਣੇ ਹਨ। ਜਿਵੇਂ ਕਿ ਇੱਥੇ ਦੇਖ ਸਕਦੇ ਹੋ, ਫਸਟ ਚੈਪਟਰ, ਥਰਡ ਚੈਪਟਰ ਤੇ ਵਿਦਿਆਰਥੀਓ 11th ਚੈਪਟਰ ਜਿਹੜਾ ਹੈ, ਇਹਦੇ ਵਿੱਚੋਂ ਤੁਹਾਨੂੰ 3 ਮਾਰਕਸ ਦੇ ਕੁਐਸਚਨ ਜਿਹੜੇ ਆ ਉਹ ਆਣੇ ਹਨ। ਠੀਕ ਹੈ, ਤੇ ਇੱਦਾਂ ਹੀ ਵਿਦਿਆਰਥੀਓ ਧੁਨੀ ਚੈਪਟਰ, ਇਹਦੇ ਵਿੱਚੋਂ ਵੀ 3 ਮਾਰਕਸ ਦਾ, ਤੇ ਨਾਲ ਹੀ ਕੋਲਾ ਪੈਟਰੋਲੀਅਮ ਜੋ 5th ਹੈ, ਇਹਦੇ ਵਿੱਚੋਂ ਵੀ। ਠੀਕ ਹੈ, ਤਾਂ 5 ਚੈਪਟਰ ਜਿਹੜੇ ਇੱਦਾਂ ਦੇ ਨੇ ਜਿਨ੍ਹਾਂ ਵਿੱਚੋਂ 3 ਮਾਰਕਸ ਦੇ ਕੁਐਸਚਨ ਆਣੇ, ਕੁੱਲ 15 ਨੰਬਰ ਦੇ। ਠੀਕ ਹੈ, ਤਾਂ ਬੱਚੋ, ਪਾਸ ਜਿਹੜੇ ਵਿਦਿਆਰਥੀਆਂ ਨੇ ਹੋਣਾ ਹੈ ਉਹ 1 ਨੰਬਰ ਦੇ ਕੁਐਸਚਨਾਂ ਤੋਂ ਹੀ ਤੁਸੀਂ ਹੋ ਸਕਦੇ ਹੋ। 35 ਨੰਬਰ ਦੇ 1 ਨੰਬਰ ਦੇ ਕੁਐਸਚਨ ਜਿਹੜੇ ਆ ਤੁਹਾਨੂੰ ਸਿਲੇਬਸ ਦੇ ਵਿੱਚ ਆ ਰਹੇ ਨੇ। ਚੈਪਟਰ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਸਾਰੇ ਇੱਥੇ ਗਿਵਨ ਹਨ। ਠੀਕ ਹੈ, ਤੋ ਆਓ ਥੋੜਾ ਜਿਹਾ ਅਸੀਂ ਦੇਖ ਲੈਂਦੇ ਹਾਂ ਪੇਪਰ ਦੀ ਬਣਤਰ ਕਿਵੇਂ ਹੋਏਗੀ। ਵਿਦਿਆਰਥੀਓ, 1 ਤੋਂ ਲੈ ਕੇ 35 ਤੱਕ ਜਿਹੜਾ ਪ੍ਰਸ਼ਨ ਪਹਿਲਾ ਹੋਏਗਾ ਉਹਦੇ ਭਾਗ ਹੋਣਗੇ, ਜਿਹਦਾ ਹਰ ਇੱਕ ਕੁਐਸਚਨ ਜਿਹੜਾ 1 ਅੰਕ ਦਾ ਹੋਵੇਗਾ। ਮਤਲਬ ਕਿ 1 into 35 equal to 35 ਮਾਰਕਸ ਜਿਹੜੇ ਨੇ ਉਹ ਤੁਹਾਡੇ 1 ਮਾਰਕਸ ਦੇ ਕੁਐਸਚਨ ਦੇ ਬਣ ਚੁੱਕੇ ਨੇ। ਸੈਕਿੰਡ ਪ੍ਰਸ਼ਨ ਜਿਹੜਾ ਹੈ ਉਹ 11 ਤੱਕ ਹੋਣਗੇ, ਮਤਲਬ ਇਹ ਸਾਰੇ 2-2 ਅੰਕ ਦੇ ਹੋਣਗੇ, ਮਤਲਬ ਕਿ 10 ਕੁਐਸਚਨ 2 ਮਾਰਕਸ। ਠੀਕ ਹੈ, ਮਤਲਬ ਇਹ ਹੋ ਗਿਆ 20 ਨੰਬਰ ਦਾ ਪੇਪਰ ਜਿਹੜਾ ਹੈ 2 ਨੰਬਰ ਦੇ ਕੁਐਸਚਨ ਕਵਰ ਕਰਨਗੇ। ਉਸ ਤੋਂ ਬਾਅਦ 12 ਤੋਂ ਲੈ ਕੇ 16 ਤੱਕ ਯਾਨੀ ਕਿ 5 ਕੁਐਸਚਨ ਜਿਹੜੇ ਨੇ ਉਹ 3 ਮਾਰਕਸ ਦੇ ਹੋਣੇ ਨੇ, ਤੇ ਵਿਦਿਆਰਥੀਓ 15 ਨੰਬਰ ਇਹ ਕਵਰ ਕਰਨਗੇ। ਤਾਂ ਟੋਟਲ ਤੁਹਾਡਾ 70 ਮਾਰਕਸ ਦਾ ਪੇਪਰ ਜਿਹੜਾ ਆ ਇਸ ਥਿਊਰੀ ਪੋਰਸ਼ਨ ਦਾ ਹੋਏਗਾ। ਤੇ ਉਹਦੇ ਨਾਲ ਹੀ ਤੁਹਾਡਾ 20 ਨੰਬਰ ਦਾ ਪੇਪਰ ਜਿਹੜਾ ਹੈ, ਜੋ ਤੁਹਾਡਾ ਮੇਲਾ ਹੋਇਆ ਸੀ ਤੇ ਸਾਇੰਸ ਫੇਅਰ, ਤੇ ਬਾਕੀ ਜੋ ਪ੍ਰੈਕਟੀਕਲ ਹੋਣਗੇ ਜਾਂ ਉਸੇ ਬੇਸਿਸ ਤੇ ਉਹਦੀਆਂ ਇੰਸਟਰਕਸ਼ਨ ਜਿੱਦਾਂ ਵੀ ਆਉਣਗੀਆਂ ਅਸੀਂ ਕਰਾਂਗੇ। ਤਾਂ 20 ਮਾਰਕਸ ਤੁਹਾਡੇ ਉਹ ਨੇ, ਤੇ ਨਾਲ ਵਿੱਚੋਂ ਤੁਹਾਡੇ ਜਿਹੜੇ ਬਾਈ ਮੰਥਲੀ ਪੇਪਰ ਹੋ ਰਹੇ ਨੇ 10 ਨੰਬਰ ਦੀ ਉਹ ਤੁਹਾਡੀ CC ਲੱਗਣੀ ਹੈ। ਤਾਂ 100 ਵਿੱਚੋਂ 100 ਨੰਬਰ ਲੈਣ ਦਾ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਹੈ। ਉਸੇ ਤਹਿਤ ਅਸੀਂ ਅੱਜ ਜਿਹੜੀ ਹੈ ਤਿਆਰੀ ਸ਼ੁਰੂ ਕਰਨ ਜਾ ਰਹੇ ਹਾਂ। ਸੋ ਵਿਦਿਆਰਥੀਓ, ਸਭ ਤੋਂ ਪਹਿਲਾਂ 1 ਨੰਬਰ ਦੇ ਕੁਐਸਚਨ ਅੱਜ ਅਸੀਂ ਕਵਰ ਕਰਾਂਗੇ। ਇਸ ਵਿੱਚ ਪਹਿਲਾ ਕੁਐਸਚਨ ਹੈ ਕਿ ਮੋਹਨ ਆਪਣੇ ਖੇਤ ਵਿੱਚ ਮੁੱਖ ਫਸਲ ਵਿੱਚੋਂ ਬੇਲੋੜੇ ਪੌਦਿਆਂ ਨੂੰ ਨਸ਼ਟ ਕਰਨ ਲਈ ਕਿਸੇ ਰਸਾਇਣਿਕ ਘੋਲ ਦਾ ਛਿੜਕਾਅ ਕਰ ਰਿਹਾ ਹੈ। ਇਸ ਰਸਾਇਣਿਕ ਘੋਲ ਨੂੰ ਕੀ ਕਿਹਾ ਜਾਂਦਾ ਹੈ? ਵਿਦਿਆਰਥੀਓ, ਇਹ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਲਈ ਵੀ ਨਾਲ ਹੀ ਕੁਐਸਚਨ ਹਨ। ਠੀਕ ਹੈ, ਉਹਨਾਂ ਦੀ ਸੇਮ ਆਪਸ਼ਨ ਜਿਹੜੀਆਂ ਨੇ ਉਹ ਨਾਲ ਦਿੱਤੀਆਂ ਹੋਈਆਂ ਨੇ। ਤੇ ਵਿਦਿਆਰਥੀਓ, ਬੇਲੋੜੇ ਪੌਦਿਆਂ ਨੂੰ ਜਿਹੜੇ ਕਿ ਫਸਲ ਮੁੱਖ ਫਸਲ ਨਾਲ ਉੱਗ ਜਾਂਦੇ ਹਨ, ਉਹਨਾਂ ਨੂੰ ਅਸੀਂ ਬੱਚੋ ਕੀ ਕਹਿੰਦੇ ਹਾਂ? ਉਹਨਾਂ ਨੂੰ ਨਦੀਨ ਆਖਦੇ ਹਾਂ। ਤੇ ਨਦੀਨ ਨੂੰ ਮਾਰਨ ਲਈ ਅਸੀਂ ਨਦੀਨ ਨਾਸ਼ਕਾਂ ਦਾ ਯੂਜ਼ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਵੀਡੀਸਾਈਡ ਆਖਦੇ ਹਾਂ। ਠੀਕ ਹੈ, ਅਗਰ ਤੁਹਾਨੂੰ ਕੋਈ ਐਗਜ਼ਾਮਪਲ ਪੁੱਛ ਲਵੇ ਕਿ ਕੋਈ ਵੀ 2 ਨਦੀਨ ਨਾਸ਼ਕ ਦਾ ਨਾਮ ਦੱਸੋ, ਤਾਂ ਤੁਸੀਂ ਆ ਰੱਖਣਾ ਹੈ 2,4-D ਤੇ ਬੂਟਾਕਲੋਰ। ਠੀਕ ਹੈ, ਬੂਟਾਕਲੋਰ, ਇਹ ਬੱਚੋ ਤੁਸੀਂ ਸਾਰੇ ਵਿਦਿਆਰਥੀਆਂ ਨੇ ਯਾਦ ਰੱਖਣਾ ਹੈ, ਬੂਟਾਕਲੋਰ। ਓਕੇ, ਤਾਂ ਇਹ ਦੋਨੋਂ ਜਿਹੜੇ ਨੇ ਨਦੀਨਾਸ਼ਕ ਹਨ। ਕਈ ਵੇਲੇ ਤੁਹਾਨੂੰ ਕੁਐਸਚਨ ਜਿਹੜਾ ਹੈ ਉਹ ਨਦੀਨਾਸ਼ਕ ਦੀ ਉਦਾਹਰਨਾਂ ਦੇ ਤੌਰ ਤੇ ਵੀ ਆ ਜਾਂਦਾ ਹੈ, ਤਾਂ ਫਿਰ ਤੁਸੀਂ ਆਨਸਰ ਇਹ ਦੇਣਾ ਹੈ। ਨੈਕਸਟ ਕੁਐਸਚਨ ਹੈ, ਨਰੇਸ਼ ਦੇ ਮਾਤਾ ਜੀ ਜੰਤੂਆਂ ਦੇ ਵਿਅਰਥ ਪਦਾਰਥਾਂ ਨੂੰ ਖੁੱਲੀ ਥਾਂ ਤੇ ਇਕੱਠਾ ਕਰ ਦਿੰਦੇ ਹਨ,
ਉਹਨਾਂ ਅਨੁਸਾਰ ਕੁਝ ਦਿਨਾਂ ਬਾਅਦ ਸੂਖਮ ਜੀਵਾਂ ਦੁਆਰਾ ਅਪਘਟਨ ਕਿਰਿਆ ਨਾਲ ਜੰਤੂਆਂ ਦਾ ਵਿਅਰਥ ਪਦਾਰਥ ਇੱਕ ਖਾਦ ਵਿੱਚ ਬਦਲ ਜਾਵੇਗਾ। ਉਸ ਖਾਦ ਨੂੰ ਅਸੀਂ ਕੀ ਕਹਿੰਦੇ ਹਾਂ ਬੱਚਿਓ, ਇਹਨੂੰ ਅਸੀਂ ਵਰਮੀ ਕੰਪੋਸਟ ਦਾ ਨਾਮ ਦਿੰਦੇ ਹਾਂ। ਠੀਕ ਹੈ, ਤੋ ਇਹ ਫਰਟੀਲਾਈਜ਼ਰ ਜਿਹੜਾ ਹੈ, ਖਾਦ ਮੀਨਸ ਫਰਟੀਲਾਈਜ਼ਰ, ਜੋ ਕਿ ਵਰਮੀ ਕੰਪੋਸਟ ਕਹਿਲਾਵੇਗਾ। ਅੱਗੇ ਵਿੱਚੋਂ ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ, ਇਹਨੂੰ ਵਿੱਚੋਂ ਅਸੀਂ ਗਹਾਈ ਆਖਦੇ ਹਾਂ। ਵੈਰੀ ਇੰਪੋਰਟੈਂਟ, ਥ੍ਰੈਸ਼ਿੰਗ। ਠੀਕ ਹੈ, ਥ੍ਰੈਸ਼ਿੰਗ ਪ੍ਰੋਸੈਸ ਜਿਹੜਾ ਹੈ ਉਹ ਹੁੰਦਾ ਹੈ। ਠੀਕ ਹੈ, ਸਿੰਚਾਈ ਤੁਹਾਨੂੰ ਪਤਾ ਹੈ ਇਰੀਗੇਸ਼ਨ ਨੂੰ ਕਹਿੰਦੇ ਹਨ, ਜੋ ਕਿ ਪਾਣੀ ਦਿੰਦੇ ਆ। ਠੀਕ ਹੈ, ਵਾਢੀ ਯਾਨੀ ਕਿ ਕਟਾਈ ਫਸਲ ਦੀ, ਬਿਜਾਈ ਮਤਲਬ ਕਿ ਫਸਲ ਨੂੰ ਬੀਜਣਾ। ਠੀਕ ਹੈ, ਤੋ ਗਹਾਈ ਕੀ ਹੋਈ, ਕੱਟੀ ਹੋਈ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਨੂੰ ਥ੍ਰੈਸ਼ਿੰਗ ਯਾਨੀ ਕਿ ਗਹਾਈ ਆਖਦੇ ਹਾਂ। ਅਗਲਾ ਕੁਐਸਚਨ ਹੈ, ਖਮੀਰ ਦੀ ਵਰਤੋਂ ਹੇਠ ਲਿਖਿਆਂ ਵਿੱਚੋਂ ਕਿਸ ਦੀ ਤਿਆਰੀ ਲਈ ਕੀਤੀ ਜਾਂਦੀ ਹੈ। ਬੱਚਿਓ, ਖਮੀਰ ਦੀ ਵਰਤੋਂ ਜਿਹੜੀ ਹੈ ਉਹ ਐਲਕੋਹਲ ਬਣਾਉਣ ਲਈ ਯਾਨੀ ਕਿ ਸ਼ਰਾਬ ਬਣਾਉਣ ਦੇ ਲਈ ਅਸੀਂ ਯੂਜ਼ ਕਰਦੇ ਹਾਂ। ਠੀਕ ਹੈ, ਇਹ ਤੁਸੀਂ ਪੜ੍ਹਿਆ ਸੀ, ਤੋ ਇਹਦਾ ਆਨਸਰ ਆਏਗਾ ਐਲਕੋਹਲ। ਓਕੇ, ਯੀਸਟ, ਇਹਨੂੰ ਪੰਜਾਬੀ ਦੇ ਵਿੱਚ ਖਮੀਰ ਨੂੰ ਖਮੀਰ ਜਿਹੜਾ ਹੈ ਉਹਨੂੰ ਇੰਗਲਿਸ਼ ਦੇ ਵਿੱਚ ਯੀਸਟ ਆਖਦੇ ਹਾਂ, ਪੰਜਾਬੀ ਵਿੱਚ ਇਹਨੂੰ ਖਮੀਰ ਆਖਦੇ ਹਨ। ਠੀਕ ਹੈ, ਅਗਲਾ ਕੁਐਸਚਨ ਹੈਗਾ, ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ। ਪਹਿਲਾਂ ਤਾਂ ਇਹ ਯਾਦ ਰੱਖਣਾ, ਬੜਾ ਹੀ ਇੰਪੋਰਟੈਂਟ ਕੁਐਸਚਨ ਹੈ, ਇਹ ਪ੍ਰੋਟੋਜ਼ੋਆ ਹੈ। ਠੀਕ ਹੈ, ਪ੍ਰੋਟੋਜ਼ੋਆ ਹੈ। ਮਲੇਰੀਆ ਕੌਜ਼ਿੰਗ ਪ੍ਰੋਟੋਜ਼ੋਆ ਹੈ ਬੱਚੋ, ਮਾਦਾ ਐਨਾਫਲੀਸ ਮੱਛਰ ਨੂੰ ਕਹਿੰਦੇ ਹਨ। ਠੀਕ ਹੈ, ਮਾਦਾ ਐਨਾਫਲੀਸ ਮੱਛਰ ਯਾਨੀ ਕਿ ਇੱਕ ਫੀਮੇਲ ਮੋਸਕੀਟੋ ਹੈ। ਠੀਕ ਹੈ, ਐਨੋਫਲੀਸ ਇਹਨੂੰ ਕਹਿੰਦੇ ਨੇ। ਓਕੇ, ਇਹ ਯਾਦ ਰੱਖਣਾ ਹੈ। ਹਾਊਸ ਫਲਾਈ ਜਿਹੜੀ ਹੈ ਇਹ ਬੱਚੋ ਕੀ ਹੈ, ਘਰੇਲੂ ਵਾਹਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ, ਵਾਹਕ ਹੁੰਦਾ ਹੈ, ਮਤਲਬ ਕਿ ਇਹ ਕੀਟਾਣੂਆਂ ਨੂੰ ਇੱਕ ਦੂਜੇ ਤੋਂ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਦਾ ਕੰਮ ਕਰਦੀ ਹੈ। ਮੱਖੀ, ਘਰੇਲੂ ਮੱਖੀ ਵੀ ਇਹਨੂੰ ਕਹਿ ਦਿੰਦੇ ਹਾਂ। ਠੀਕ ਹੈ, ਤੇ ਵਿਦਿਆਰਥੀਓ ਇੱਦਾਂ ਹੀ ਜੇ ਤੁਹਾਨੂੰ ਆ ਜਾਵੇ ਕਿ ਡੇਂਗੂ ਫੈਲਾਉਣ ਵਾਲਾ ਜਿਹੜਾ ਮਤਲਬ ਕਿ ਵਾਇਰਸ ਕਿਹੜਾ ਹੈ, ਡੇਂਗੂ ਇੱਕ ਵਾਇਰਲ ਡਿਜ਼ੀਜ਼ ਹੈ। ਠੀਕ ਹੈ, ਤਾਂ ਉਹਦੇ ਲਈ ਬੱਚੋ ਯਾਦ ਰੱਖਣਾ ਹੈ ਏਡੀਜ਼। ਠੀਕ ਹੈ, ਬੜੀ ਵਾਰੀ ਅਸੀਂ ਕੀਤਾ ਏਡੀਜ਼ ਮੱਛਰ ਜਿਹੜਾ ਹੈ ਇਹ ਵੀ ਫੀਮੇਲ ਹੀ ਹੁੰਦਾ ਹੈ। ਠੀਕ ਹੈ, ਫੀਮੇਲ ਮੋਸਕੀਟੋ, ਜਿਹਦੇ ਨਾਲ ਕੀ ਹੈ ਡੇਂਗੂ ਹੋਣ ਦੇ ਚਾਂਸਿਸ ਹੁੰਦੇ ਨੇ। ਮਤਲਬ ਅਕਤੂਬਰ ਨਵੰਬਰ ਮਹੀਨਾ ਜਿਹੜਾ ਹੈ ਉਹ ਤੁਸੀਂ ਆਮ ਸੁਣਿਆ ਹੀ ਹੋਏਗਾ ਕਿ ਇਸ ਟਾਈਮ 'ਤੇ ਡੇਂਗੂ ਹੋਣ ਦਾ ਜ਼ਿਆਦਾ ਖਤਰਾ ਹੁੰਦਾ ਹੈ। ਠੀਕ ਹੈ, ਇਹ ਦੋਨੋਂ ਕੁਐਸਚਨ ਜਿਹੜੇ ਆ ਤੁਸੀਂ ਚੰਗੀ ਤਰ੍ਹਾਂ ਕਰ ਲੈਣੇ ਨੇ। ਅਗਲਾ ਕੁਐਸਚਨ ਇਹਦੇ ਵਿੱਚ ਲਾਸਟ ਹੈ ਕਿ ਹੇਠ ਲਿਖਿਆਂ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕੁੱਟ ਕੇ ਚਾਦਰਾਂ ਵਿੱਚ ਪਰਿਵਰਤਿਤ ਕੀਤਾ ਜਾ ਸਕਦਾ ਹੈ। ਤੋ ਵਿਦਿਆਰਥੀਓ ਇੱਥੇ ਆਪਸ਼ਨ ਹਨ, ਦੇਖੋ ਆਪਸ਼ਨ ਤੁਹਾਨੂੰ ਕਿਹੜੀਆਂ ਨੇ ਮੈਂ ਇੱਥੇ ਲਿਖ ਦਿੰਦਾ, ਕਿਹੜੀਆਂ ਆਪਸ਼ਨ ਨੇ, ਜ਼ਿੰਕ, ਠੀਕ ਹੈ, ਫਾਸਫੋਰਸ, ਉਸ ਤੋਂ ਬਾਅਦ ਸਲਫਰ ਤੇ ਨਾਲ ਆਕਸੀਜਨ ਦਿੱਤੀ ਹੋਈ ਹੈ ਕਿ ਇਹਨਾਂ ਨੂੰ ਅਸੀਂ ਚਾਦਰਾਂ ਵਿੱਚ ਬਦਲ ਸਕਦੇ ਹਾਂ। ਚਾਦਰਾਂ ਵਿੱਚ ਬਦਲਣ ਦਾ ਮਤਲਬ ਕੋਟੀਨ ਯੋਗਤਾ। ਠੀਕ ਹੈ, ਕੋਟੀਨ ਯੋਗਤਾ ਹੁੰਦੀ ਹੈ ਧਾਤਾਂ ਦੀ, ਤਾਂ ਇਹਨਾਂ ਵਿੱਚ ਸਿਰਫ ਜ਼ਿੰਕ ਹੀ ਹੈ ਜਿਹੜੀ ਧਾਤ ਹੈ, ਬਾਕੀ ਇਹ ਫਾਸਫੋਰਸ, ਸਲਫਰ ਤੇ ਆਕਸੀਜਨ ਇਹ ਅਧਾਤਾਂ ਹਨ, ਯਾਨੀ ਕਿ ਨੋਨ ਮੈਟਲ ਹਨ। ਇਸ ਕਰਕੇ ਧਾਤਾਂ ਨੂੰ ਅਸੀਂ ਕੋਟੀਨ ਯੋਗ ਹੋਣ ਕਰਕੇ ਚਾਦਰਾਂ ਵਿੱਚ ਕੁੱਟ ਸਕਦੇ ਹਾਂ। ਤਾਂ ਆਨਸਰ ਇਹਦਾ ਜ਼ਿੰਕ ਆਏਗਾ। ਨੈਕਸਟ ਕੁਐਸਚਨ ਹੈ ਬੱਚੋ, ਥਰਮਾਮੀਟਰ ਵਿੱਚ ਇੱਕ ਧਾਤ ਭਰੀ ਹੁੰਦੀ ਹੈ ਜੋ ਕਿ ਵਿੱਚੋਂ ਦ੍ਰਵ ਅਵਸਥਾ ਵਿੱਚ ਮਿਲਦੀ ਹੈ। ਠੀਕ ਹੈ, ਸਾਰੇ ਵਿਦਿਆਰਥੀਆਂ ਨੂੰ ਪਤਾ ਹੋਏਗਾ, ਇਹਦਾ ਆਨਸਰ ਆਏਗਾ ਮਰਕਰੀ। ਠੀਕ ਹੈ, ਕੀ ਆਨਸਰ ਆਏਗਾ, ਮਰਕਰੀ ਆਨਸਰ ਆਏਗਾ। ਅਗਲਾ ਹੈ, ਘਰ ਵਿੱਚੋਂ ਜਦੋਂ ਗੁਰਮੀਤ ਦੀ ਮੰਮੀ ਗੈਸ ਚੁੱਲ੍ਹੇ ਉੱਪਰ ਰੋਟੀ ਪਕਾਉਂਦੀ ਹੈ ਤਾਂ ਸਿਲੰਡਰ ਦੀ ਵਰਤੋਂ ਕਰਦੀ ਹੈ। ਇਸ ਸਿਲੰਡਰ ਵਿੱਚ ਕਿਹੜੀ ਗੈਸ ਹੁੰਦੀ ਹੈ, ਉਸ ਗੈਸ ਦਾ ਨਾਮ ਬੱਚੋ ਸਾਰੇ ਵਿਦਿਆਰਥੀਆਂ ਨੂੰ ਪਤਾ ਹੋਏਗਾ, LPG। ਠੀਕ ਹੈ, ਲਿਕੁਇਫਾਈਡ ਪੈਟਰੋਲੀਅਮ ਗੈਸ, ਇਹ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਦ੍ਰਵ ਨਿਪੀੜਿਤ ਗੈਸ। ਔਰ ਇਹ ਦ੍ਰਵ ਨਿਪੀੜਿਤ ਗੈਸ ਦਾ ਕੈਮੀਕਲ ਫਾਰਮੂਲਾ ਜੋ ਹੈ ਉਹ ਹੁੰਦਾ ਹੈ ਬੱਚੋ ਬਿਊਟੇਨ। ਠੀਕ ਹੈ, ਕੀ ਹੈ, ਬਿਊਟੇਨ ਹੁੰਦੀ ਹੈ, ਜੋ ਕਿ ਇੱਕ ਗੰਧਹੀਣ, ਠੀਕ ਹੈ, ਗੰਧਹੀਣ ਯਾਨੀ ਕਿ ਇਹਦੀ ਕੋਈ ਸਮੈਲ ਨਹੀਂ ਹੁੰਦੀ, ਗੰਧਹੀਣ ਗੈਸ ਹੁੰਦੀ ਹੈ। ਠੀਕ ਹੈ, ਮਤਲਬ ਇਹਦੀ ਕੋਈ ਸਮੈਲ ਨਹੀਂ ਹੁੰਦੀ। ਠੀਕ ਹੈ, ਵਿਦਾਊਟ ਸਮੈਲ ਹੁੰਦੀ ਹੈ, ਆਰਡਰਲੈਸ ਹੁੰਦੀ ਹੈ ਅਗਰ ਅਸੀਂ ਇੰਗਲਿਸ਼ ਵਿੱਚ ਗੱਲ ਕਰੀਏ। ਠੀਕ ਹੈ, ਤਾਂ ਬਿਊਟੇਨ ਦੀ ਕੋਈ ਸਮੈਲ ਨਹੀਂ ਹੁੰਦੀ, ਪਰ ਤੁਸੀਂ ਕਦੀ ਵੀ ਤੁਹਾਡੇ ਘਰ ਦੇ ਵਿੱਚ ਅਗਰ ਸਿਲੰਡਰ ਲੀਕ ਕਰਦਾ ਹੈ ਤਾਂ ਉਹਦੀ ਲੀਕੇਜ ਜਿਹੜੀ ਹੈ ਉਹ ਤੁਸੀਂ ਇੱਕ ਕਰੈਕਟਰਿਸਟਿਕ ਸਮੈਲ ਦੇ ਨਾਲ ਉਹਨੂੰ ਡਿਟੈਕਟ ਕਰ ਲੈਂਦੇ ਹੋ। ਉਹ ਜਿਹੜਾ ਉਹਦੇ ਵਿੱਚ ਸਬਸਟਾਂਸ ਹੁੰਦਾ ਹੈ ਉਹਦਾ ਨਾਮ, ਕੈਮੀਕਲ ਨੇਮ ਜਿਹੜਾ ਹੈ ਉਹ ਹੈ ਇਥਾਈਲ ਮਰਕੈਪਟਨ। ਠੀਕ ਹੈ, ਇਥਾਈਲ ਮਰਕੈਪਟਨ ਜਿਹੜਾ ਹੈ ਉਹ ਹੁੰਦਾ ਹੈ, ਔਰ ਇਹਨੂੰ ਅਸੀਂ ਸਿੰਪਲ ਲੈਂਗੁਏਜ 'ਚ ਸਲਫਰ ਯਾਨੀ ਕਿ ਗੰਧਕ ਵੀ ਕਹਿੰਦੇ ਹਾਂ, ਜਿਸ ਨਾਲ ਉਹਦੀ ਕਰੈਕਟਰਿਸਟਿਕ ਸਮੈਲ ਜਿਹੜੀ ਹੈ ਹੁੰਦੀ ਹੈ। ਠੀਕ ਹੈ, ਅਗਲਾ ਕੁਐਸਚਨ ਹੈ, ਮੋਨਿਕਾ ਨੇ ਅਖਬਾਰ ਵਿੱਚ ਪੜ੍ਹਿਆ ਕਿ ਬੰਦ ਕਮਰੇ ਵਿੱਚ ਕੋਲੇ ਨੂੰ ਜਲਾਉਣ ਨਾਲ ਇੱਕ ਵਿਅਕਤੀ ਬੇਹੋਸ਼ ਹੋ ਗਿਆ ਤੇ ਇਸਦਾ ਕਾਰਨ ਪੁੱਛਣ ਤੇ ਅਧਿਆਪਕ ਨੇ ਦੱਸਿਆ ਕਿ ਕੋਲੇ ਦੇ ਜਲਣ
ਤੇ ਇੱਕ ਖਤਰਨਾਕ ਗੈਸ ਪੈਦਾ ਹੋਈ ਜਿਸ ਨਾਲ ਮੌਤ ਵੀ ਹੋ ਸਕਦੀ ਸੀ। ਤੇ ਵਿਦਿਆਰਥੀਓ ਉਹ ਗੈਸ ਸੀਗੀ ਕਾਰਬਨ ਮੋਨੋਆਕਸਾਈਡ। ਕਿਉਂਕਿ ਜਦੋਂ ਕਾਰਬਨ ਯਾਨੀ ਕਿ ਕੋਲਾ ਜਲਦਾ ਹੈ, ਜੇਕਰ ਹਵਾ ਪੂਰੀ ਹੁੰਦੀ ਹੈ ਤਾਂ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਬਣਦੀ ਹੈ, ਨਾਲ ਹੀਟ ਐਨਰਜੀ ਪ੍ਰੋਡਿਊਸ ਹੁੰਦੀ ਹੈ ਯਾਨੀ ਕਿ ਊਰਜਾ। ਪਰ ਜੇਕਰ ਉੱਥੇ ਆਕਸੀਜਨ ਦੀ ਕਮੀ ਹੋਵੇ ਤਾਂ ਫਿਰ ਵਿਦਿਆਰਥੀਓ ਕਾਰਬਨ ਮੋਨੋਆਕਸਾਈਡ, ਠੀਕ ਹੈ, ਮੋਨੋ ਦਾ ਮਤਲਬ ਸਿੰਗਲ ਹੁੰਦਾ ਹੈ, ਇਹ ਫਾਰਮੂਲਾ ਹੁੰਦਾ ਹੈ, ਡਾਈ ਮਤਲਬ ਦੋ, ਠੀਕ ਹੈ, ਜੋ ਕਿ ਨੈਚੁਰਲ ਪ੍ਰੋਸੈਸ ਹੈ। ਲੇਕਿਨ ਅਗਰ ਆਕਸੀਜਨ ਦੀ ਕਮੀ ਹੋ ਜਾਏ, ਲਿਮਟਿਡ ਸਪਲਾਈ ਆਫ ਏਅਰ ਹੋਵੇ ਤਾਂ ਫਿਰ ਵਿੱਚੋਂ ਕਾਰਬਨ ਮੋਨੋਆਕਸਾਈਡ ਬਣਦੀ ਹੈ, ਜੋ ਕਿ ਕੀ ਕਰਦੀ ਹੈ, ਜੋ ਸਾਡਾ ਬਲੱਡ ਦੇ ਵਿੱਚ ਹੀਮੋਗਲੋਬਿਨ ਹੁੰਦਾ ਹੈ ਉਸ ਨਾਲ ਮਿਲ ਕੇ ਇੱਕ ਕਾਰਬੋਕਸੀ ਹੀਮੋਗਲੋਬਿਨ ਨਾਮ ਦਾ ਇੱਕ ਕੰਪਲੈਕਸ ਬਣਾ ਦਿੰਦੀ ਹੈ, ਜੋ ਕਿ ਹਵਾ ਦੀ ਸਪਲਾਈ ਨੂੰ ਯਾਨੀ ਕਿ ਆਕਸੀਜਨ ਦੀ ਸਪਲਾਈ ਨੂੰ ਸਾਡੀ ਬੋਡੀ ਪਾਰਟਸ ਦੇ ਵਿੱਚ ਰੋਕ ਦਿੰਦੀ ਹੈ, ਜਿਸ ਨਾਲ ਸਾਡੀ ਡੈਥ ਵੀ ਹੋ ਸਕਦੀ ਹੈ। ਔਰ ਇਹ 300 ਗੁਣਾ ਸਟਰੋਂਗ ਹੁੰਦੀ ਹੈ ਜੇਕਰ ਅਸੀਂ ਆਕਸੀਜਨ ਦੇ ਕੰਪੈरेटिवली ਗੱਲ ਕਰੀਏ। 300 ਟਾਈਮਸ ਜਿਹੜੀ ਹੈ ਮੋਰ ਫਾਸਟਰ ਕੰਬਾਈਨ ਕਰਦੀ ਹੈ ਬਲੱਡ ਦੇ ਨਾਲ ਯਾਨੀ ਕਿ ਹੀਮੋਗਲੋਬਿਨ ਦੇ ਨਾਲ। ਅਗਲਾ ਨੈਕਸਟ ਕੁਐਸਚਨ ਹੈ ਦਹਨ ਲਈ ਜ਼ਰੂਰੀ ਸ਼ਰਤਾਂ। ਦਹਨ ਦਾ ਮਤਲਬ ਹੈ ਕੰਬਸਸ਼ਨ। ਤੋਂ ਕੰਬਸਸ਼ਨ ਲਈ ਵਿੱਚੋਂ ਜ਼ਰੂਰੀ ਸ਼ਰਤਾਂ ਕਿਹੜੀਆਂ ਨੇ? ਇੱਕ ਤਾਂ ਜਲਨਸ਼ੀਲ ਪਦਾਰਥ ਹੋਣਾ ਚਾਹੀਦਾ ਹੈ ਯਾਨੀ ਕਿ ਬਾਲਣ, ਦੂਸਰਾ ਹਵਾ ਹੋਣੀ ਚਾਹੀਦੀ ਹੈ, ਤੇ ਤੀਸਰਾ ਵਿੱਚੋਂ ਉੱਥੇ ਹੀਟ ਯਾਨੀ ਕਿ ਜਿਹੜੀ ਇਗਨੀਸ਼ਨ ਟੈਂਪਰੇਚਰ, ਇਹਨੂੰ ਅਸੀਂ ਪ੍ਰਜਲਨ ਤਾਪਮਾਨ ਕਹਿੰਦੇ ਹਾਂ। ਇੱਥੇ ਤਾਪ ਦੀ ਜਗ੍ਹਾ ਅਸੀਂ ਅਗਰ ਪ੍ਰਜਲਨ ਤਾਪਮਾਨ ਲਿਖ ਦਈਏ ਤਾਂ ਵੀ ਉਹ ਸਹੀ ਹੈਗਾ, ਠੀਕ ਹੈ। ਪ੍ਰਜਲਨ ਉਹਨੂੰ ਇਗਨੀਸ਼ਨ ਟੈਂਪਰੇਚਰ ਆਖਦੇ ਹਾਂ। ਸੋ ਇਹ ਅਗਰ ਟ੍ਰਾਇੰਗਲ ਪੂਰੀ ਹੁੰਦੀ ਹੈ ਜਾਲਣ ਦੇ ਲਈ ਬਾਲਣ ਯਾਨੀ ਕਿ ਫਿਊਲ, ਠੀਕ ਹੈ, ਸੈਕਿੰਡਲੀ ਆਕਸੀਜਨ ਐਂਡ ਥਰਡ ਇਜ਼ ਇਗਨੀਸ਼ਨ ਟੈਂਪਰੇਚਰ ਯਾਨੀ ਕਿ ਪ੍ਰਜਲਨ ਤਾਪਮਾਨ। ਪ੍ਰਜਲਨ ਤਾਪਮਾਨ ਉਹ ਤਾਪਮਾਨ ਹੁੰਦਾ ਹੈ ਜਦੋਂ ਤੱਕ ਜੋ ਘੱਟ ਤੋਂ ਘੱਟ ਤਾਪਮਾਨ ਤੱਕ ਸਾਨੂੰ ਕਿਸੇ ਵਸਤੂ ਨੂੰ ਗਰਮ ਕਰਨਾ ਪੈਂਦਾ ਹੈ ਤਾਂ ਕਿ ਉਹਨੂੰ ਅੱਗ ਲੱਗ ਜਾਵੇ, ਉਹਨੂੰ ਅਸੀਂ ਪ੍ਰਜਲਨ ਤਾਪਮਾਨ ਕਹਿੰਦੇ ਹਾਂ। ਜਦੋਂ ਅਸੀਂ ਲੱਕੜੀ ਨੂੰ ਜਲਾਉਂਦੇ ਹਾਂ ਇੱਕਦਮ ਅੱਗ ਨਹੀਂ ਫੜਦੀ, ਉਹਨੂੰ ਪਹਿਲਾਂ ਹੀਟ ਕਰਨਾ ਪੈਂਦਾ ਹੈ, ਉਹ ਗਰਮੀ ਦੇਣੀ ਪੈਂਦੀ ਹੈ। ਗਰਮੀ ਦਿੰਦੇ ਦਿੰਦੇ ਇੱਕ ਸਟੇਜ ਆਉਂਦੀ ਹੈ ਜਿਸ ਸਟੇਜ ਤੇ ਜਾ ਕੇ ਫਿਰ ਉਹ ਜਲਣਾ ਸ਼ੁਰੂ ਕਰ ਦਿੰਦੀ ਹੈ, ਓਕੇ, ਉਹਨੂੰ ਇਗਨੀਸ਼ਨ ਟੈਂਪਰੇਚਰ ਕਹਿ ਦਿੰਦੇ ਹਾਂ। ਨੈਕਸਟ ਕੁਐਸਚਨ ਹੈ ਗਲੋਬਲ ਵਾਰਮਿੰਗ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਕਿਸ ਗੈਸ ਦਾ ਹੈ? ਬੱਚੋ ਇਹਦੇ ਲਈ ਆਨਸਰ ਹੈ ਕਾਰਬਨ ਡਾਈਆਕਸਾਈਡ, ਯਾਦ ਰੱਖਿਓ। ਨੈਕਸਟ ਇਜ਼ ਜੰਗਲ ਵਿੱਚ ਵਿਦਿਆਰਥੀਆਂ ਨੇ ਇੱਕ ਵਿਸ਼ਾਲ ਗਲਹਿਰੀ ਦੇਖੀ ਜੋ ਕਿ ਇਸ ਖਾਸ ਖੇਤਰ ਵਿੱਚ ਪਾਈ ਜਾਂਦੀ ਹੈ। ਰਜਿੰਦਰ ਨੇ ਗਾਈਡ ਨੂੰ ਇਸ ਬਾਰੇ ਪੁੱਛਿਆ ਤਾਂ ਗਾਈਡ ਨੇ ਦੱਸਿਆ ਕਿ ਇਹ ਸਿਰਫ ਇਸ ਖਾਸ ਖੇਤਰ ਵਿੱਚ ਪਾਈ ਜਾਂਦੀ ਹੈ। ਇਸ ਪ੍ਰਜਾਤੀ ਨੂੰ ਅਸੀਂ ਕੀ ਕਹਿੰਦੇ ਹਾਂ? ਉਹ ਬੱਚੋ ਹੁੰਦੀ ਹੈ ਖਾਸ ਸਥਾਨਿਕ ਪ੍ਰਜਾਤੀਆਂ ਯਾਨੀ ਕਿ ਐਂਡੇਮਿਕ ਸਪੀਸ਼ੀਜ਼, ਠੀਕ ਹੈ। ਤੋ ਇਹ ਬੱਚੋ ਯਾਦ ਰੱਖਣਾ। ਇੱਕ ਹੁੰਦੀ ਹੈ ਸੰਕਟਕਾਲੀਨ ਪ੍ਰਜਾਤੀਆਂ ਜੋ ਕਿ ਖਤਰੇ ਦੀ ਕਗਾਰ ਤੇ ਹੁੰਦੀਆਂ ਨੇ, ਠੀਕ ਹੈ, ਖਤਰੇ ਦੀ ਕਗਾਰ ਤੇ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਸੰਕਟਕਾਲੀਨ ਪ੍ਰਜਾਤੀਆਂ ਆਖਦੇ ਹਾਂ। ਤੋ ਉਹ ਉਹਨਾਂ ਦਾ ਵਿੱਚੋਂ ਰਿਕਾਰਡ ਵੀ ਫਿਰ ਯਾਨੀ ਕਿ ਜਿਹੜੀਆਂ ਸੰਕਟਕਾਲੀਨ ਹੁੰਦੀਆਂ ਨੇ ਜਾਂ ਡੈਡ ਹੋ ਜਾਂਦੀਆਂ ਨੇ ਉਹ ਰੈੱਡ ਡਾਟਾ ਬੁੱਕ ਦੇ ਵਿੱਚ ਲਿਖਿਆ ਜਾਂਦਾ ਹੈ, ਠੀਕ ਹੈ। ਤੋ ਅਗਲਾ ਕੁਐਸਚਨ ਹੀ ਹੈ ਕਿ ਕਿਸ ਕਿਤਾਬ ਵਿੱਚ ਸੰਕਟਕਾਲੀਨ ਪ੍ਰਜਾਤੀਆਂ ਦਾ ਰਿਕਾਰਡ ਰੱਖਿਆ ਜਾਂਦਾ ਹੈ? ਉਹ ਹੈ ਬੱਚੋ ਰੈੱਡ ਡਾਟਾ ਬੁੱਕ। ਦਿਸ ਇਜ਼ ਆਲਸੋ ਵੈਰੀ ਮਚ ਇੰਪॉर्टेंट ਕੁਐਸਚਨ। ਅਗਲਾ ਹੈ ਬੱਚਿਓ ਕਿ ਸੰਜੀਵ ਨੇ ਸੂਖਮਦਰਸ਼ੀ ਰਾਹੀਂ ਪਿਆਜ਼ ਦੀ ਝਿੱਲੀ ਦੀ ਸਲਾਈਡ ਨੂੰ ਵੇਖਿਆ। ਇਸ ਦੇ ਵਿੱਚ ਦਿੱਤੇ ਹੋਏ ਚਿੱਤਰ ਅਨੁਸਾਰ ਇੱਟਾਂ ਦੀ ਦੀਵਾਰ ਵਰਗੀ ਸੰਰਚਨਾਵਾਂ ਦਿਖਾਈ ਦਿੱਤੀ। ਇਹਨਾਂ ਸੰਰਚਨਾਵਾਂ ਨੂੰ ਅਸੀਂ ਕਹਿੰਦੇ ਹਾਂ, ਇਹ ਬੱਚੋ ਕੀ ਹੈ? ਦੇਖੋ ਪਿਆਜ਼ ਇੱਕ ਪੌਦਾ ਹੀ ਹੈ, ਠੀਕ ਹੈ। ਤੋ ਇਸ ਕਰਕੇ ਅਸੀਂ ਇਹਨੂੰ ਪਲਾਂਟ ਸੈੱਲ ਦਾ ਨਾਮ ਦੇਵਾਂਗੇ ਯਾਨੀ ਕਿ ਪੌਦਾ ਸੈੱਲ ਦਾ ਨਾਮ ਦੇਵਾਂਗੇ, ਠੀਕ ਹੈ। ਤੇ ਆਪਸ਼ਨ ਜਿਹੜੀਆਂ ਨੇ ਉਹ ਐਨੀਮਲ ਸੈੱਲ ਯਾਨੀ ਕਿ ਜੰਤੂ ਸੈੱਲ ਹੈ, ਪਲਾਂਟ ਸੈੱਲ ਹੈ ਯਾਨੀ ਕਿ ਪੌਦਾ ਸੈੱਲ, ਜਾਂ ਫਿਰ ਦੋਵੇਂ ਜਾਂ ਨਨ ਆਫ ਦੀਸ। ਤੁਹਾਡਾ ਆਨਸਰ ਆਉਣਾ ਹੈ ਪਲਾਂਟ ਸੈੱਲ, ਓਕੇ। ਤੋ ਇਹ ਵਿਦਿਆਰਥੀਓ ਬਹੁਤ ਇੰਪੋਰਟੈਂਟ ਹੈ। ਗਲ ਦੇ ਸੈੱਲ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਗਲ ਦੇ ਸੈੱਲ ਕਿੱਦਾਂ ਦੇ ਹੁੰਦੇ ਨੇ? ਗਲ ਦੇ ਸੈੱਲ ਕੁਝ ਇਸ ਪ੍ਰਕਾਰ ਦੇ ਹੁੰਦੇ ਨੇ, ਠੀਕ ਹੈ। ਚੀਕ ਸੈੱਲ ਜਿਹਨਾਂ ਨੂੰ ਆਉਂਦੇ ਆ ਉਹ ਵਿੱਚੋਂ ਜੰਤੂ ਸੈੱਲ ਦੇ ਵਿੱਚ ਆਉਣਗੇ। ਕਿਹਦੇ ਵਿੱਚ ਆਉਣਗੇ? ਜੰਤੂ ਸੈੱਲ ਦੇ ਵਿੱਚ, ਠੀਕ ਹੈ, ਜੋ ਕਿ ਤੁਸੀਂ ਮੇਲੇ ਦੇ ਵਿੱਚ ਸਲਾਈਡਾਂ ਬਣਾਈਆਂ ਵੀ ਸੀ। ਉਸ ਤੋਂ ਬਾਅਦ ਨੈਕਸਟ ਹੈ ਮਨੁੱਖੀ ਸਰੀਰ ਵਿੱਚ ਸਭ ਤੋਂ ਲੰਬਾ ਸੈੱਲ ਕਿਹੜਾ ਹੁੰਦਾ ਹੈ? ਬੱਚੋ ਇਹਨੂੰ ਨਾੜੀ ਸੈੱਲ ਕਹਿੰਦੇ ਹਨ। ਨਾੜੀ ਸੈੱਲ ਮਤਲਬ ਨਰਵ ਸੈੱਲ, ਠੀਕ ਹੈ। ਇਹ ਸਭ ਤੋਂ ਵੱਡਾ ਸੈੱਲ ਹੁੰਦਾ। ਇਹਨੂੰ ਬਣਾਉਣ ਦਾ ਤਰੀਕਾ ਮੈਂ ਸਿੰਪਲ ਜਿਹਾ ਦੱਸ ਦਿੰਦਾ, ਇੱਦਾਂ ਤੁਸੀਂ ਅਮੀਬਾ ਜਿਹਾ ਬਣਾ ਲਓ, ਠੀਕ ਹੈ। ਉਸ ਤੋਂ ਬਾਅਦ ਇੱਥੇ ਇੱਦਾਂ ਇਹਦੀ ਪੂਛ ਲਗਾ ਦਿਓ, ਠੀਕ ਹੈ, ਇਸ ਤਰ੍ਹਾਂ, ਜਾਂ ਰੇਸ਼ਮ ਦਾ ਕੀੜਾ ਕਹਿ ਲਓ, ਇਹਦੇ ਪਿੱਛੇ ਇੱਦਾਂ ਪੂਛਾਂ ਲਗਾ ਦਿਓ, ਠੀਕ ਹੈ। ਤੋ ਇਹ ਵਿੱਚੋਂ ਤੁਹਾਡਾ ਕੀ ਬਣ ਗਿਆ? ਨਾੜੀ ਸੈੱਲ ਯਾਨੀ ਕਿ ਨਰਵ ਸੈੱਲ, ਠੀਕ ਹੈ, ਜੋ ਕਿ ਸਭ ਤੋਂ ਵੱਡਾ ਹੁੰਦਾ ਹੈ। ਅਗਲਾ ਹੈ ਸੈੱਲ ਦਾ ਕਿਹੜਾ ਅੰਗ ਆਤਮਘਾਤੀ ਥੈਲਾ ਖਵਾਉਂਦਾ ਹੈ? ਆਤਮਘਾਤੀ ਦਾ ਮਤਲਬ ਹੁੰਦਾ ਹੈ ਸੁਸਾਈਡਲ ਬੈਗ।
ਇਹ ਬੱਚੋ ਲਾइसोसोम ਨੂੰ ਕਹਿੰਦੇ ਨੇ। ਲਾइसोसोम याद रखना है। अगला है अंदरूनी निषेचन किस निषेचन ਹੁੰਦਾ है यानी कि इंटरनल फर्टिलाइजेशन ਇਹ ਸਰੀਰ ਦੇ ਮਾਦਾ ਦੇ ਅੰਦਰ ਹੁੰਦਾ है। दिस इज ऑल्सो वेरी मच इंपॉर्टेंट। ਇਹ ਸਾਰੇ क्वेश्चन बहुत इंपॉर्टेंट। अगला क्वेश्चन एक टैडपोल जिस प्रक्रिया द्वारा प्रौढ़ ਵਿੱਚ ਵਿਕਸਿਤ ਹੁੰਦਾ ਹੈ ਉਸਨੂੰ ਬੱਚਿਓ ਅਸੀਂ ਕਾਇਆ ਪਰਿਵਰਤਨ ਆਖਦੇ ਹਾਂ। ਠੀਕ ਹੈ, ਡੱਡੂ ਜਿਹੜਾ ਹੈ ਤੁਹਾਨੂੰ ਪਤਾ ਡੱਡੂ ਪਹਿਲਾਂ ਸਭ ਤੋਂ ਪਹਿਲਾਂ ਕੀ ਉਹਦੇ ਅੰਡੇ ਜਿਹੜੇ ਪਾਣੀ ਦੇ ਵਿੱਚ ਹੁੰਦੇ ਹਨ ਉਹਨਾਂ ਵਿੱਚੋਂ ਜਿਹੜੇ ਸਰਵਾਈਵ ਕਰ ਜਾਂਦੇ ਹਨ ਉਹ ਹੌਲੀ ਹੌਲੀ ਆਪਣੇ ਉਹਨਾਂ ਦਾ ਆਕਾਰ ਬਦਲਦਾ ਰਹਿੰਦਾ ਹੈ ਬਦਲਦਾ ਰਹਿੰਦਾ ਹੈ ਬਦਲਦੇ ਹੋਏ ਉਹ ਇੱਕ ਵਿਸ਼ਾਲ ਡੱਡੂ ਦੇ ਵਿੱਚ, ਵਿਸ਼ਾਲ ਤਾਂ ਨਹੀਂ ਚਲੋ ਕਹਿ ਦਿੰਦੇ ਮਤਲਬ ਇੱਕ ਡੱਡੂ ਦੇ ਵਿੱਚ ਕਨਵਰਟ ਕਰ ਜਾਂਦਾ ਹੈ। ਠੀਕ ਹੈ, ਮੇਰਾ ਡੱਡੂ ਦੇਖ ਕੇ ਹੱਸਿਓ ਨਾ। ਤੋ ਇਹ ਡੱਡੂ ਜਿਹੜਾ ਹੈ ਵਿੱਚੋਂ ਇਹਦੇ ਵਿੱਚ ਕੀ ਹੈ ਉਹਦੀ ਸ਼ੇਪ ਚੇਂਜ ਕਰ ਰਹੀ ਹੈ। ਠੀਕ ਹੈ, ਕਾਇਆ ਬਦਲ ਰਹੀ ਹੈ ਜਿਹਨੂੰ ਅਸੀਂ ਮੈਟਾਮੋਰਫੋਸਿਸ ਆਖਦੇ ਹਾਂ। ਠੀਕ ਹੈ, ਅਗਲਾ ਹੈ ਇਸਤਰੀਆਂ ਵਿੱਚ ਪ੍ਰਜਨਨ ਇੱਕ ਉਮਰ ਵਿੱਚ ਆਰੰਭ ਹੁੰਦਾ ਹੈ ਉਸੇ ਸਮੇਂ ਹੁੰਦਾ ਹੈ ਜਦੋਂ ਉਹਨਾਂ ਵਿੱਚ ਕੀ ਹੋ ਜਾਂਦਾ ਹੈ ਮਾਸਿਕ ਚੱਕਰ ਸ਼ੁਰੂ ਹੋ ਜਾਂਦਾ ਹੈ। ਠੀਕ ਹੈ, ਮੈਂਸੂਰੇਸ਼ਨ ਜਦੋਂ ਸਟਾਰਟ ਹੋ ਜਾਂਦੀ ਹੈ ਰੀਪਰੋਡਕਟਿਵ ਏਜ ਨੂੰ ਕਹਿ ਦਿੰਦੇ ਆ। ਠੀਕ ਹੈ, ਤੋ ਪ੍ਰਜਨਨ ਉਮਰ ਦਾ ਆਰੰਭ ਜਿਹੜਾ ਹੈ ਉਹ ਮੈਂਸੂਰੇਸ਼ਨ ਵੇਲੇ ਸਟਾਰਟ ਹੋ ਜਾਂਦਾ ਹੈ। ਬੜਾ ਇੰਪੋਰਟੈਂਟ ਕੁਐਸਚਨ ਹੈ। ਅਗਲਾ ਇਹ ਲਿਖਿਆ ਵਿੱਚੋਂ ਕਿਹੜਾ ਭੋਜਨ ਕਿਸ਼ੋਰ ਦੇ ਲਈ ਸਭ ਤੋਂ ਉਚਿਤ ਹੈ। ਬੱਚੋ ਇਹਦੇ ਲਈ ਆਨਸਰ ਆਏਗਾ ਰੋਟੀ ਦਾਲ ਸਬਜ਼ੀਆਂ ਯਾਨੀ ਕਿ ਚਪਾਤੀ ਦਾਲ ਐਂਡ ਵੈਜੀਟੇਬਲ। ਠੀਕ ਹੈ, ਨੈਕਸਟ ਕੁਐਸਚਨ ਹੈ ਰਮਨ ਇਹ ਵੇਖ ਕੇ ਹੈਰਾਨ ਸੀ ਕਿ ਊਂਠ ਰੇਤ ਵਿੱਚ ਆਸਾਨੀ ਨਾਲ ਚੱਲ ਸਕਦਾ ਹੈ ਜਦ ਕਿ ਉਹ ਆਪ ਨੰਗੇ ਪੈਰੀ ਰੇਤ ਵਿੱਚ ਉਹਦੇ ਲਈ ਚੱਲਣਾ ਜਿਹੜਾ ਮੁਸ਼ਕਿਲ ਹੋ ਰਿਹਾ ਸੀ। ਇਸਦਾ ਕਾਰਨ ਕੀ ਸੀ? ਇਹਦਾ ਕਾਰਨ ਇਹ ਸੀ ਕਿ ਊਂਠ ਦੇ ਪੈਰ ਜਿਹੜੇ ਨੇ ਉਹ ਬੱਚੋਂ ਚੌੜੇ ਹੁੰਦੇ ਹਨ, ਉਹਨਾਂ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ। ਖੇਤਰਫਲ ਜ਼ਿਆਦਾ ਹੋਣ ਕਰਕੇ ਬੱਚੋ ਉੱਥੇ ਦਬਾਅ ਯਾਨੀ ਕਿ ਪ੍ਰੈਸ਼ਰ ਜੋ ਕਿ ਫੋਰਸ ਅਪੋਨ ਏਰੀਆ ਹੁੰਦਾ ਹੈ, ਖੇਤਰਫਲ ਜ਼ਿਆਦਾ ਹੋਣ ਕਰਕੇ ਦਬਾਅ ਉੱਥੇ ਘੱਟ ਲੱਗਦਾ ਹੈ। ਇਸ ਕਰਕੇ ਬੱਚੋ ਊਂਠ ਜਿਹੜਾ ਹੈ ਆਸਾਨੀ ਨਾਲ ਰੇਤਲੀ ਜਗ੍ਹਾ ਦੇ ਉੱਪਰ ਚੱਲ ਸਕਦਾ ਹੈ। ਠੀਕ ਹੈ, ਤਾਂ ਊਂਠ ਦੇ ਪੈਰ ਦੀ ਸਤ੍ਹਾ ਦਾ ਖੇਤਰਫਲ ਜ਼ਿਆਦਾ ਹੁੰਦਾ ਹੈ ਕੰਪੈरेटिव टू ਅਸ। ਓਕੇ, ਨੈਕਸਟ ਇਜ਼ ਚਿੱਤਰ ਵਿੱਚ ਦਰਸਾਏ ਅਨੁਸਾਰ ਕਿਸ ਬਿੰਦੂ ਤੇ ਦਾਬ ਦਾ ਮਾਨ ਸਭ ਤੋਂ ਜ਼ਿਆਦਾ ਹੋਏਗਾ। ਵਿਦਿਆਰਥੀਓ ਇਹ ਐਕਟੀਵਿਟੀ ਤੁਸੀਂ ਕੀਤੀ ਹੋਏਗੀ। ਦੇਖੋ ਇੱਕ A ਪੁਆਇੰਟ ਹੈ, B ਪੁਆਇੰਟ ਹੈ, C ਪੁਆਇੰਟ ਹੈ, D ਪੁਆਇੰਟ ਹੈ। ਠੀਕ ਹੈ, ਜਿਹੜਾ ਨੀਚੇ ਅਸੀਂ ਪੜ੍ਹਿਆ ਸੀ ਕਿ ਡੂੰਘਾਈ ਦੇ ਨਾਲ ਦਬਾਅ ਜਿਹੜਾ ਉਹ ਵੱਧਦਾ ਹੈ, ਤਾਂ ਇਹਦੇ ਵਿੱਚ ਜਿਹੜਾ ਤੇ ਪਾਣੀ ਉੱਪਰ ਹੈ ਇਸ ਲੈਵਲ ਤੇ ਉਹ ਇੱਥੇ ਡਿੱਗੇਗਾ, ਇਹ ਵਾਲਾ ਥੋੜਾ ਦੂਰ ਜਾ ਕੇ ਡਿੱਗੇਗਾ, ਇਹ ਹੋਰ ਦੂਰ ਜਾ ਕੇ ਡਿੱਗੇਗਾ ਔਰ ਇਹ ਸਭ ਤੋਂ ਜ਼ਿਆਦਾ ਦੂਰ ਜਾ ਕੇ ਡਿੱਗੇਗਾ। ਠੀਕ ਹੈ, तो कितने ज्यादा दबाव होया डी पॉइंट ते। ਨੈਕਸਟ ਕੁਐਸਚਨ ਆਪਣੇ ਘਰ ਤੇ ਇੱਕ ਭਾਰੀ ਬਕਸੇ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਖਿਸਕਾਉਣ ਤੇ ਨਰੇਸ਼ ਨੇ ਨੋਟ ਕੀਤਾ ਕਿ ਰੁਕੇ ਹੋਏ ਬਕਸੇ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲੈ ਕੇ ਆਉਣਾ ਮੁਸ਼ਕਲ ਸੀ ਜਦ ਕਿ वन सेकेंड ਜਦ ਕਿ ਬਕਸੇ ਨੂੰ ਉਸੇ ਚਾਲ ਨਾਲ ਗਤੀਸ਼ੀਲ ਰੱਖਣਾ ਆਸਾਨ ਸੀ। ਠੀਕ ਹੈ, ਅਜਿਹਾ ਕਿਉਂ? ਅਜਿਹਾ ਬੱਚੋ ਇਸ ਕਰਕੇ ਹੁੰਦਾ ਹੈ, ਇਹਦੀਆਂ ਆਪਸ਼ਨਸ ਜਿਹੜੀਆਂ ਨੇ ਉਹ ਨਾਲ ਹਨ, ਮੈਂ ਉਹਨੂੰ ਹਾਈਲਾਈਟ ਕਰ ਦਿੰਦਾ। ਇਹ ਆਪਸ਼ਨ ਕਿਹੜੀਆਂ ਨੇ ਦੇਖੋ ਇਹਦੇ ਵਿੱਚ ਕੀ ਸੀ। ਸਭ ਤੋਂ ਪਹਿਲਾਂ ਸੀ ਕਿ ਸਥਿਤਿਕ ਰਗੜ ਜਿਹੜੀ ਹੈ ਸਰਕਣਸ਼ੀਲ ਰਗੜ ਤੋਂ ਘੱਟ ਹੁੰਦੀ ਹੈ, ਬਕਸੇ ਦਾ ਭਾਰ ਘਟ ਜਾਂਦਾ ਹੈ, ਉਪਰੋਕਤ ਕੋਈ ਨਹੀਂ। ਤਾਂ ਇਹਦਾ ਆਨਸਰ ਵਿੱਚੋਂ ਆਉਣਾ ਹੈ ਕਿ ਜਿਹੜੀ ਸਰਕਣਸ਼ੀਲ ਰਗੜ ਹੈ, ਸਰਕਣਸ਼ੀਲ ਰਗੜ ਦਾ ਮਤਲਬ ਹੁੰਦਾ ਸਲਾਈਡਿੰਗ ਫ੍ਰਿਕਸ਼ਨ। ਠੀਕ ਹੈ, ਉਹ ਘੱਟ ਹੁੰਦੀ ਹੈ ਸਥਿਤਿਕ ਰਗੜ ਦੇ ਨਾਲੋਂ। ਠੀਕ ਹੈ, ਤਾਂ ਇਹਦਾ ਆਨਸਰ ਜਿਹੜਾ ਇਹ ਆਏਗਾ। ਓਕੇ, ਉਸ ਤੋਂ ਬਾਅਦ ਆਪਸ਼ਨ ਨੰਬਰ ਊੜਾ ਮਤਲਬ ਕਿ ਠੀਕ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿ ਅਸੀਂ ਕੱਚ ਦੀ ਗੋਲੀ ਨੂੰ ਸੀਮੈਂਟ ਵਾਲੇ ਫਰਸ਼ ਸੰਗਮਰਮਰ ਪਾਣੀ ਤੌਲੀਏ ਬਰਫ਼ ਉੱਪਰ ਚਲਾਉਂਦੇ ਹਾਂ, ਵੱਖ-ਵੱਖ ਸਤ੍ਹਾ ਦੇ ਉੱਪਰ ਲੱਗ ਰਹੇ ਬਲ ਦਾ ਵਾਧੇ ਕ੍ਰਮ ਦੇ ਵਿੱਚ ਲਿਖੋ। ਦੇਖੋ ਸਭ ਤੋਂ ਪਹਿਲਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਪਾਣੀ ਦੇ ਉੱਪਰ ਚਲਾਉਣਾ ਜਿਹੜਾ ਕਿਸੇ ਵਸਤੂ ਨੂੰ ਆਸਾਨ ਹੋਵੇਗਾ, ਬਰਫ਼ ਤੇ ਉਹ ਤੋਂ ਜ਼ਿਆਦਾ, ਸੰਗਮਰਮਰ ਤੇ ਉਹ ਤੋਂ ਘੱਟ। ਠੀਕ ਹੈ, ਮਤਲਬ ਪਾਣੀ ਤੇ ਸਭ ਤੋਂ ਆਸਾਨ ਹੈ, ਉਹ ਤੋਂ ਮੁਸ਼ਕਲ ਬਰਫ਼ ਤੇ ਆਏਗੀ, ਫਿਰ ਸੰਗਮਰਮਰ ਤੇ, ਫਿਰ ਸੀਮੈਂਟ ਵਾਲੇ ਫਰਸ਼ ਤੇ ਫਿਰ ਤੌਲੀਏ ਤੇ। ਠੀਕ ਹੈ, ਤਾਂ ਆਨਸਰ ਇਹਦਾ ਦਸਾ ਆਪਸ਼ਨ ਯਾਨੀ ਕਿ ਲਾਸਟ ਆਪਸ਼ਨ ਆਏਗੀ। ਅਗਲਾ ਹੈ ਧੁਨੀ ਸੰਚਾਰਿਤ ਹੋ ਸਕਦੀ ਹੈ। ਦੇਖੋ ਬੱਚੋ ਧੁਨੀ ਲਈ ਧੁਨੀ ਜਿਹੜੀ ਹੈ ਉਹ ਠੋਸਾਂ ਵਿੱਚ ਵੀ, ਦਰਵਾਂ ਵਿੱਚ ਵੀ ਤੇ ਗੈਸਾਂ ਵਿੱਚ, ਤਿੰਨਾਂ ਦੇ ਵਿੱਚ ਸੰਚਾਰਿਤ ਹੋ ਸਕਦੀ ਹੈ। ਠੋਸਾਂ ਵਿੱਚ ਧੁਨੀ ਦੀ ਗਤੀ ਜਿਹੜੀ ਆ ਸਭ ਤੋਂ ਜ਼ਿਆਦਾ ਹੁੰਦੀ ਹੈ। ਓਕੇ, ਉਸ ਤੋਂ ਬਾਅਦ ਅਗਲਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਸ ਵਾਕ ਧੁਨੀ ਦੀ ਆਵਿਰਤੀ ਘੱਟੋ ਘੱਟ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀਓ ਛੋਟੇ ਬੱਚੇ ਔਰਤਾਂ ਇਹਨਾਂ ਦੀ ਧੁਨੀ ਦੀ ਆਵਿਰਤੀ ਬਹੁਤ ਜ਼ਿਆਦਾ ਹੁੰਦੀ ਹੈ, ਤਿੱਖੀ ਆਵਾਜ਼ ਹੁੰਦੀ ਹੈ, ਸੀਟੀ ਵਰਗੀ ਆਵਾਜ਼ ਹੁੰਦੀ ਹੈ। ਠੀਕ ਹੈ, ਤੇ ਆਦਮੀ ਜਿਹੜੇ ਨੇ ਇਹਨਾਂ ਦੀ ਆਵਾਜ਼ ਜਿਹੜੀ ਹੈ ਉਹ ਭਾਰੀ ਹੁੰਦੀ ਹੈ, ਢੋਲ ਵਰਗੀ ਆਵਾਜ਼ ਹੁੰਦੀ ਹੈ। ਇਸ ਕਰਕੇ ਬੱਚੋ ਇਹਨਾਂ ਦੀ ਆਵਿਰਤੀ ਵੀ ਕੀ ਹੈ, ਦੇਖੋ ਸੀਟੀ ਦੀ ਆਵਾਜ਼ ਦੀ ਆਵਿਰਤੀ ਜਿਹੜੀ ਹੈ ਉਹ ਕੁਛ ਇਸ ਤਰ੍ਹਾਂ ਨੇ।
ਠੀਕ ਹੈ। ਇਹੀ ਆਵਿਰਤੀ ਯਾਦ ਰੱਖਣਾ ਔਰਤਾਂ ਤੇ ਛੋਟੇ ਬੱਚਿਆਂ ਦੀ ਹੁੰਦੀ ਹੈ, ਪਰ ਜਿਹੜੀ ਢੋਲ ਤੇ ਆਦਮੀ ਦੀ ਆਵਾਜ਼ ਹੈ ਉਹ ਵਿੱਚੋਂ ਕੁਛ ਇਸ ਪ੍ਰਕਾਰ ਦੀ ਹੁੰਦੀ ਹੈ। ਠੀਕ ਹੈ, ਤਾਂ ਇੱਥੇ ਆਵਿਰਤੀ ਘੱਟ ਹੁੰਦੀ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਇੱਥੇ ਆਂਸਰ ਆਏਗਾ ਆਵਿਰਤੀ ਆਦਮੀ ਦੀ ਘੱਟ ਹੋਏਗੀ। ਠੀਕ ਹੈ, ਆਦਮੀ ਦੀ ਆਵਾਜ਼ ਦੀ ਕੀ ਹੈ, ਘੱਟ ਹੋਏਗੀ। ਓਕੇ, ਅਗਲਾ ਕੁਐਸਚਨ, ਸਰਕਟ ਵਿੱਚ ਬਿਜਲੀ ਦਾ ਪ੍ਰਵਾਹ ਹੁੰਦਾ ਰਹੇ, ਇਸ ਲਈ ਹੇਠ ਦਿੱਤੇ ਸਰਕਟ ਵਿੱਚ ਜੋੜੀ ਗਈ ਲੋਹੇ ਦੀ ਕਿੱਲ ਦੀ ਥਾਂ ਕੀ ਵਰਤਿਆ ਜਾ ਸਕਦਾ ਹੈ? ਕੀ ਅਸੀਂ ਗ੍ਰੇਫਾਈਟ ਦਾ ਯੂਜ਼ ਕਰ ਸਕਦੇ ਹਾਂ? ਵਿੱਚੋਂ ਗ੍ਰੇਫਾਈਟ ਬਿਜਲੀ ਦਾ ਚਾਲਕ ਹੁੰਦਾ ਹੈ, ਪਹਿਲਾ ਹੀ ਆਂਸਰ ਹੈ। ਬਾਕੀ ਪਲਾਸਟਿਕ, ਲੱਕੜੀ, ਸੁੱਕੀ ਲੱਕੜੀ, ਰਬਰ, ਇਹ ਵਿੱਚੋਂ ਚਾਲਕ ਨਹੀਂ ਹਨ। ਆਂਸਰ ਏ ਆਪਸ਼ਨ। ਪੰਕਜ, ਮੈਨੂੰ ਪਤਾ ਹੈ ਕਿ ਸ਼ੁੱਧ ਪਾਣੀ ਬਿਜਲੀ ਦਾ ਕੁਚਾਲਕ ਹੈ। ਸ਼ੁੱਧ ਪਾਣੀ ਦਾ ਮਤਲਬ ਜਿਹਦੇ ਵਿੱਚ ਸਿਰਫ ਪਾਣੀ ਹੈ। ਪਾਣੀ ਜਿਹੜਾ ਹੈ ਉਹ ਅਗਰ ਆਪਣੇ ਆਇਓਨਸ ਵਿੱਚ ਟੁੱਟ ਜਾਵੇ ਤਾਂ ਫਿਰ ਬੱਚਿਓ ਬਿਜਲੀ ਦਾ ਚਾਲਕ ਹੋਏਗਾ, ਪਰ ਸ਼ੁੱਧ ਪਾਣੀ ਆਪਣੇ ਆਪ ਟੁੱਟ ਨਹੀਂ ਸਕਦਾ। ਇਸ ਕਰਕੇ ਉਹਦੇ ਵਿੱਚ ਅਸੀਂ ਨਮਕ ਪਾਉਂਦੇ ਹਾਂ, ਜਾਂ ਨਮਕ ਪਾਵਾਂਗੇ, ਜਾਂ ਫਿਰ ਐਸਿਡ ਯਾਨੀ ਕਿ ਤੇਜ਼ਾਬ ਪਾਵਾਂਗੇ, ਜਾਂ ਕੋਈ ਖਾਰ ਪਾਵਾਂਗੇ ਯਾਨੀ ਕਿ ਬੇਸ ਪਾਵਾਂਗੇ। ਇਹਨਾਂ ਤਿੰਨਾਂ ਵਿੱਚੋਂ ਕੁਝ ਵੀ ਪਾਉਣ 'ਤੇ ਉਹ ਬਿਜਲੀ ਦਾ ਚਾਲਕ ਹੋ ਜਾਏਗਾ। ਤਾਂ ਵਿਦਿਆਰਥੀਓ, ਪਾਣੀ ਬਿਜਲੀ ਦਾ ਸੁਚਾਲਕ ਬਣ ਜਾਵੇਗਾ। ਓਕੇ, ਅਗਲਾ ਹੈ, ਜ਼ਿਆਦਾ ਵਿਨਾਸ਼ਕਾਰੀ ਭੂਚਾਲ ਦਾ ਰਿਕਟਰ ਪੈਮਾਨੇ ਤੇ ਕਿੰਨਾ ਪਰਿਮਾਪ ਹੁੰਦਾ ਹੈ? ਵਿਦਿਆਰਥੀਓ, ਇਹ 7 ਤੋਂ ਵੱਧ ਹੁੰਦਾ ਹੈ। ਠੀਕ ਹੈ, ਰਿਕਟਰ ਸਕੇਲ ਯਾਦ ਰੱਖਣਾ ਹੈ, ਇਹ ਭੂਚਾਲ ਨੂੰ ਮੇਜ਼ਰ ਕਰਦੀ ਹੈ। ਰਿਕਟਰ ਸਕੇਲ, ਰਿਕਟਰ, ਠੀਕ ਹੈ, ਸਕੇਲ ਜੋ ਕਿ ਇਹਨੂੰ ਮਾਪਦੀ ਹੈ, ਭੂਚਾਲ ਨੂੰ। ਓਕੇ, ਅਗਲਾ ਹੈ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਰਗੜ ਦੁਆਰਾ ਆਸਾਨੀ ਨਾਲ ਚਾਰਜਿਤ ਨਹੀਂ ਕੀਤਾ ਜਾ ਸਕਦਾ? ਬੱਚੋ ਇੱਥੇ ਆਣਾ ਤਾਂਬੇ ਦੀ ਛੜ। ਠੀਕ ਹੈ, ਬਾਕੀ ਪਲਾਸਟਿਕ ਦਾ ਪੈਮਾਨਾ, ਫੁੱਲਿਆ ਗੁਬਾਰਾ, ਉੱਨ, ਇਹਨਾਂ ਸਾਰਿਆਂ ਨੂੰ ਅਸੀਂ ਚਾਰਜਿਤ ਕਰ ਸਕਦੇ ਹਾਂ। ਸਟੈਟਿਕ ਇਲੈਕਟ੍ਰੀਸਿਟੀ ਇਹਨੂੰ ਆਖਦੇ ਹਨ। ਉਸ ਤੋਂ ਬਾਅਦ ਅੱਗੇ ਹੈ, ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਆਪਤਨ ਕੋਣ ਕੀ ਹੁੰਦਾ ਹੈ? ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਦੀ ਸਤ੍ਹਾ ਤੇ ਪਏਗਾ ਤਾਂ ਵਿੱਚੋਂ ਅਭਿਲੰਬਨਾ ਜਿਹੜਾ ਕੋਣ ਬਣਾਉਂਦਾ ਹੈ, ਇਹ ਆਪਾਤੀ ਕਿਰਨ ਹੈ। ਆਪਾਤੀ ਕਿਰਨ ਯਾਨੀ ਕਿ ਇੰਸੀਡੈਂਟ ਰੇ ਜਦੋਂ ਅਭਿਲੰਬ ਯਾਨੀ ਕਿ ਨਾਰਮਲ ਨਾਲ ਐਂਗਲ ਬਣਾਉਂਦੀ ਹੈ, ਉਹਨੂੰ ਅਸੀਂ ਐਂਗਲ ਆਫ ਇੰਸੀਡੈਂਸ ਆਖਦੇ ਹਾਂ। ਇਹ ਵਿੱਚੋਂ ਐਂਗਲ ਆਫ ਰਿਫਲੈਕਸ਼ਨ ਦੇ ਹਮੇਸ਼ਾ ਕੀ ਹੁੰਦਾ ਹੈ? ਬਰਾਬਰ, ਹਮੇਸ਼ਾ ਹੀ, ਯਾਨੀ ਕਿ ਐਂਗਲ ਆਈ ਇਕੁਅਲ ਟੂ ਐਂਗਲ ਔਰ ਆਲਵੇਜ਼। ਓਕੇ, ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ। ਦੇਖੋ ਵਿਦਿਆਰਥੀਓ, ਜਿਹੜਾ ਸਮਤਲ ਦਰਪਣ ਦੁਆਰਾ ਪ੍ਰਤੀਬਿੰਬ ਬਣਦਾ ਹੈ ਉਹ ਕੁਛ ਇਸ ਪ੍ਰਕਾਰ ਹੁੰਦਾ ਹੈ। ਕਿਵੇਂ? ਮੈਂ ਇੱਥੇ ਇੱਕ ਵਿਦਿਆਰਥੀਓ ਸਮਤਲ ਦਰਪਣ ਲੈ ਲੈਣਾ। ਸਪੋਜ਼ ਇਹ ਆਬਜੈਕਟ ਆ, ਆਬਜੈਕਟ ਤੇ ਮੈਂ ਓਬਲੀਕਲੀ ਇੱਦਾਂ ਰੇ ਆਫ ਲਾਈਟ ਫਾਲ ਕੀਤੀ। ਇਹ ਰੇ ਆਫ ਲਾਈਟ ਜਿਹੜੀ ਹੈ ਇਹ ਵਾਪਸ ਇੱਦਾਂ ਬੈਂਡ ਕਰ ਗਈ ਕਰ ਗਈ। ਠੀਕ ਹੈ, ਮਤਲਬ ਕਿ ਸੇਮ ਮੀਡੀਅਮ ਦੇ ਵਿੱਚ, ਯਾਨੀ ਕਿ ਇਹਦਾ ਪਰਾਵਰਤਨ ਹੋ ਗਿਆ। ਉਸ ਤੋਂ ਬਾਅਦ ਇੱਕ ਅਭਿਲੰਬ ਅਸੀਂ ਇੱਥੇ ਡਰਾ ਕੀਤਾ, ਇਹ ਵੀ ਸੇਮ ਇਸੇ ਤਰ੍ਹਾਂ ਹੀ ਵਿੱਚੋਂ ਇਸੇ ਮਾਧਿਅਮ 'ਚ ਬੈਂਡ ਕਰ ਗਈ। ਠੀਕ ਹੈ, ਯਾਨੀ ਕਿ ਪਰਾਵਰਤਨ ਹੋ ਗਿਆ। ਹੁਣ ਇਹ ਕਿਤੇ ਮੀਟ ਨਹੀਂ ਕਰ ਰਹੀਆਂ, ਪਰ ਜਦੋਂ ਅਸੀਂ ਇਹਨੂੰ ਬੈਕਵਰਡ ਪ੍ਰੋਡਿਊਸ ਕਰਾਂਗੇ ਤਾਂ ਇੱਕ ਪੁਆਇੰਟ 'ਤੇ ਜਾ ਕੇ ਮੀਟ ਕਰਨਗੀਆਂ। ਜਿੰਨੀ ਦੂਰੀ 'ਤੇ ਵਸਤੂ ਸੀ ਉਨੀ ਦੂਰੀ 'ਤੇ ਉਹਦਾ ਇਮੇਜ ਬਣਿਆ, ਪਰ ਇਹ ਪਰਦੇ ਦੇ ਪਿੱਛੇ ਬਣਿਆ, ਇਸ ਕਰਕੇ ਇਹ ਆਭਾਸੀ ਪ੍ਰਤੀਬਿੰਬ ਹੈ। ਦੂਸਰੀ ਗੱਲ, ਇਹ ਵਸਤੂ ਦੇ ਆਕਾਰ ਦਾ ਹੈ। ਠੀਕ ਹੈ, ਵਸਤੂ ਦੇ ਕੀ ਹੈ? ਆਕਾਰ ਦਾ ਹੈ। ਤੀਸਰੀ ਗੱਲ, ਇਹ ਵਸਤੂ ਜਿੰਨੀ ਦੂਰੀ 'ਤੇ ਮੰਨ ਲਓ ਆ O ਪੁਆਇੰਟ ਹੈ, ਇਹਨੂੰ A ਮੰਨ ਲੈਂਦੇ ਹਾਂ। ਠੀਕ ਹੈ, ਮੰਨ ਲਓ ਇਹ A ਪੁਆਇੰਟ ਹੈ, ਇਹਨੂੰ ਆਬਜੈਕਟ ਮੰਨ ਲੈਂਦੇ ਹਾਂ, ਇਹਨੂੰ ਇਮੇਜ ਮੰਨ ਲੈਂਦੇ ਹਾਂ। ਇੱਥੇ ਬੱਚੋ OA ਦੀ ਦੂਰੀ OIA ਦੇ ਬਰਾਬਰ ਹੋਏਗੀ। ਠੀਕ ਹੈ, ਜਾਂ AI ਦੇ ਬਰਾਬਰ ਹੋਏਗਾ। ਜਿੰਨੀ ਦੂਰੀ 'ਤੇ ਵਸਤੂ ਪਈ ਹੈ ਮੂਹਰੇ, ਉਨੀ ਦੂਰੀ 'ਤੇ ਕੀ ਬਣਿਆ? ਇਮੇਜ ਬਣਿਆ। ਠੀਕ ਹੈ, ਯਾਦ ਰੱਖਣਾ, ਜੇ ਵਸਤੂ ਇੱਥੇ ਹੁੰਦੀ ਫਿਰ ਇਮੇਜ ਇੱਥੇ ਬਣਨਾ ਸੀ। ਓਕੇ, ਤੇ ਵਿਦਿਆਰਥੀਓ ਇਹਦੇ ਵਿੱਚ ਸੱਜਾ ਪਾਸਾ ਜਿਹੜਾ ਹੈ ਉਹ ਖੱਬਾ ਪਾਸਾ ਬਣ ਜਾਂਦਾ ਹੈ, ਜਿਹਨੂੰ ਅਸੀਂ ਪ੍ਰਕਾਸ਼ ਦਾ ਪਰਤਮਾ ਪਰਿਵਰਤਨ ਆਖਦੇ ਹਾਂ। ਤੋ ਇਹ ਕਰੈਕਟਰਿਸਟਿਕਸ ਹਨ। ਇਹੀ ਕੁਐਸਚਨ ਦੇ ਵਿੱਚ ਆ ਕਿ ਦਰਪਣ ਕੀ ਆ, ਇਹਦੇ ਵਿੱਚ ਇਮੇਜ ਜਿਹੜਾ ਬਣਿਆ ਉਹ ਕੀ ਆਭਾਸੀ ਹੈ। ਦਰਪਣ ਦੇ ਪਿੱਛੇ ਵਸਤੂ ਦੇ ਸਾਈਜ਼ ਦਾ, ਠੀਕ ਹੈ, ਬਰਾਬਰ ਦਾ ਹੈ, ਤੇ ਦਰਪਣ ਦੇ ਪਿੱਛੇ ਬਣ ਰਿਹਾ ਹੈ। ਠੀਕ ਹੈ, ਤੋ ਆਂਸਰ ਮੈਂ ਹੁਣ ਤੁਹਾਨੂੰ ਦੱਸ ਹੀ ਦਿੱਤਾ। ਇਹ ਚੋਂ ਫਿਰ ਆਪਸ਼ਨ ਤੁਸੀਂ ਲੱਭ ਲੈਣੀਆਂ ਨੇ। ਐੜਾ ਆਪਸ਼ਨ ਇਹਦਾ ਰਾਈਟ ਆਂਸਰ ਹੋਏਗਾ। ਅਗਲਾ ਹੈ, ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ? ਧੂਮਕੇਤੂ, ਵੈਰੀ ਇੰਪੋਰਟੈਂਟ। ਠੀਕ ਹੈ, ਇਹਨੂੰ ਧੂਮਕੇਤੂ ਆਖਦੇ ਹਾਂ। ਅੱਗੇ ਵਿੱਚੋਂ ਪਰਵਿੰਦਰ ਨੇ ਕੌਂਸਲੇਸ਼ਨ ਯਾਨੀ ਕਿ ਤਾਰਾ ਮੰਡਲ ਦੇਖੇ। ਤਾਰਾ ਮੰਡਲ ਕੀ ਹੁੰਦਾ? ਤਾਰਿਆਂ ਦਾ ਸਮੂਹ, ਜਿਹਨੂੰ ਅਸੀਂ ਤਾਰਾ ਮੰਡਲ ਆਖਦੇ ਹਾਂ। ਇਹ ਵੀ ਕੁਐਸਚਨ ਆ ਜਾਂਦਾ ਪੇਪਰ 'ਚ ਵੱਡੇ ਕੁਐਸਚਨਾਂ ਦੇ ਵਿੱਚ। ਠੀਕ ਹੈ, ਤੋ ਉਹ ਤਾਰਾ ਮੰਡਲ ਜਿਹੜਾ ਹੈ, ਜਿਹੜਾ ਇੱਥੇ ਦਿਖਾਈ ਦੇ ਰਿਹਾ ਹੈ, ਇਹ ਵਿਦਿਆਰਥੀਓ ਸਪਤਰਿਸ਼ੀ ਹੈ। ਠੀਕ ਹੈ, ਕੀ ਹੈ? ਸਪਤਰਿਸ਼ੀ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ ਘਰ ਗੈਸ ਨਹੀਂ ਹੈ? ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਲਾਸਟ ਕੁਐਸਚਨ ਹੈ, ਇਹ ਹੈਗਾ ਨਾਈਟ੍ਰੋਜਨ। ਮੀਥੇਨ ਵੀ ਹਰਾ ਘਰ ਗੈਸ ਹੈ, ਕਾਰਬਨ ਡਾਈਆਕਸਾਈਡ ਵੀ ਹਰਾ ਘਰ ਗੈਸ ਹੈ, ਸਲਫਰ ਡਾਈਆਕਸਾਈਡ ਵੀ ਹੈ, ਨਾਈਟ੍ਰੋਜਨ ਨਹੀਂ ਹੈ।
ਓਕੇ। ਤੇ ਨਾਈਟ੍ਰੋਜਨ ਦਾ ਇੱਕ ਕੁਐਸਚਨ ਮੇਰੇ ਹੁਣ ਦਿਮਾਗ 'ਚ ਹੋਰ ਆ ਗਿਆ, ਨਾਈਟ੍ਰੋਜਨ ਦਾ ਸਥਿਰੀਕਰਨ ਕੌਣ ਕਰਦਾ ਹੈ? ਨਾਈਟ੍ਰੋਜਨ ਦਾ ਸਥਿਰੀਕਰਨ ਕਰਦਾ ਹੈ ਰਾਈਜ਼ੋਬੀਅਮ ਬੈਕਟੀਰੀਆਜ਼, ਠੀਕ ਹੈ, ਜੋ ਕਿ ਸੂਖਮ ਜੀਵਾਂ ਦੇ ਵਿੱਚ ਹਨ, ਜੋ ਕਿ ਫਲੀਦਾਰ ਪੌਦਿਆਂ ਦੀਆਂ ਗੰਢਾਂ ਦੇ ਵਿੱਚ ਹੁੰਦੇ ਹਨ। ਇਹ ਤੁਸੀਂ ਯਾਦ ਰੱਖਣਾ ਹੈ, ਰਾਈਜ਼ੋਬੀਅਮ ਬੈਕਟੀਰੀਆ ਜੋ ਕਿ ਹਵਾ ਵਿਚਲੀ ਨਾਈਟ੍ਰੋਜਨ ਨੂੰ ਕੀ ਕਰਦਾ ਹੈ? ਸਥਿਰੀਕਰਨ ਯਾਨੀ ਕਿ ਉਹਦੀ ਫਿਕਸੇਸ਼ਨ ਕਰਦਾ ਹੈ। ਸੋ ਇਹ ਬੱਚੋ 35 ਕੁਐਸਚਨ ਸੀਗੇ ਜੋ ਕਿ 1 ਮਾਰਕ ਦੇ ਕੁਐਸਚਨ ਹਨ, ਅਸੀਂ ਕਵਰ ਕਰ ਲਏ ਹਨ। ਨੈਕਸਟ ਪਾਰਟ ਆਫ ਵੀਡੀਓ ਦੇ ਵਿੱਚ ਅਸੀਂ ਇਹਦਾ ਪਾਰਟ 2 ਤੇ ਪਾਰਟ 3 ਯਾਨੀ ਕਿ 2 ਮਾਰਕਸ ਤੇ 3 ਮਾਰਕਸ ਦੇ ਕੁਐਸਚਨ ਜਿਹੜੇ ਆ ਉਹ ਕਵਰ ਕਰਾਂਗੇ। ਇਹਨਾਂ ਨੂੰ ਬੱਚੋ ਹੁਣ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਕਰ ਲੈਣਾ ਹੈ। ਮੈਨੂੰ ਲੱਗਦਾ ਜਿਹੜੇ ਵਿਦਿਆਰਥੀ ਇਹ ਕੁਐਸਚਨ ਕਰ ਲੈਣ, ਇਹਦੇ ਵਿੱਚੋਂ ਆਲਮੋਸਟ 70 to 80% ਕੁਐਸਚਨ ਜਿਹੜੇ ਆ ਇਹੀ ਹੋਣੇ ਨੇ, ਠੀਕ ਹੈ। ਤਾਂ ਇਹਨੂੰ ਬੱਚੋ ਧਿਆਨ ਨਾਲ, ਬਿਲਕੁਲ ਧਿਆਨ ਨਾਲ ਕਰ ਲੈਣਾ। ਬਹੁਤ ਬਹੁਤ ਧੰਨਵਾਦ, ਆਲ ਦੀ ਵੈਰੀ ਬੈਸਟ। ਸਾਰੇ ਵਿਦਿਆਰਥੀ ਇਹਨੂੰ ਰਿਵਾਈਜ਼ ਜ਼ਰੂਰ ਕਰ ਲੈਣ। ਥੈਂਕ ਯੂ। ਨੈਕਸਟ ਪਾਰਟ ਵੀਡੀਓ ਦੇ ਵਿੱਚ ਅਸੀਂ ਪਾਰਟ ਨੰਬਰ 2 ਤੇ 3 ਕਰਾਂਗੇ, ਜੋ ਕਿ ਜਲਦੀ ਮੈਂ ਤੁਹਾਨੂੰ ਅਪਲੋਡ ਕਰ ਦੇਵਾਂਗਾ। ਥੈਂਕ ਯੂ।